ਵੈਲਕਮ ਬੈਕ ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਅੱਜ ਅਸੀਂ 12ਵੇਂ ਚੈਪਟਰ ਜਿਹੜਾ ਸ਼ੁਰੂ ਕੀਤਾ ਹੋਇਆ ਸੀ, ਜਿਹਦੇ ਅਸੀਂ ਪੂਰਾ ਲੈਸਨ ਰੀਡ ਕੀਤਾ ਮਾਰਕੋ ਪੋਲੋ ਦਾ, ਜਿਹੜਾ ਕਿ 12th ਚੈਪਟਰ ਸੈਕਿੰਡ ਟਰਮ ਦਾ, ਕਲਾਸ 8th ਦਾ। ਅਤੇ ਅੱਜ ਅਸੀਂ ਇਹਦੇ ਐਕਟੀਵਿਟੀਜ਼ ਬਾਰੇ ਡਿਸਕਸ ਕਰਾਂਗੇ ਅਤੇ ਸਟਾਰਟ ਕਰਦੇ ਹਾਂ ਇਸ ਐਕਟੀਵਿਟੀ ਨੂੰ। ਦੇਖੋ, ਮਾਰਕ ਪੋਲੋ ਜਿਹਦੇ ਬਾਰੇ ਅਸੀਂ ਪੜ੍ਹਿਆ, ਜਿਹੜੇ ਕਿ ਗ੍ਰੇਟ ਐਕਸਪਲੋਰਰ ਦੇ ਨਾਲ ਨਾਲ ਇੱਕ ਗ੍ਰੇਟ ਟਰੈਵਲਰ ਵੀ ਸੀਗੇ, ਜਿਨ੍ਹਾਂ ਨੇ ਬਹੁਤ ਸਾਰੇ ਖੋਜਾਂ ਕੀਤੀਆਂ। ਅਸੀਂ ਉਹਨਾਂ ਬਾਰੇ ਪੜ੍ਹਿਆ। ਅੱਜ ਅਸੀਂ ਉਹਨਾਂ ਦੀ ਐਕਟੀਵਿਟੀ ਕਰ ਰਹੇ ਹਾਂ। ਐਕਟੀਵਿਟੀ ਦਾ ਫਸਟ ਪਾਰਟ ਜਿਹੜਾ ਹੈ ਸਾਡੇ ਕੋਲ, ਉਹ ਹੈ ਉਹਦੇ ਵਰਡ ਮੀਨਿੰਗ, ਦੀ ਮੀਨਿੰਗ ਆਫ ਦੀ ਵਰਡਸ ਯੂਜ਼ਿੰਗ ਇਨ ਦੀ ਲੈਸਨ, ਨਾਊਨ, ਵਰਬ ਅਤੇ ਐਡਜੈਕਟਿਵ ਇਹ ਵੀ ਦੱਸਣੇ। ਜਿਵੇਂ ਫਸਟ ਹੈਗਾ ਮਰਚੈਂਟ ਇਜ਼ ਅ ਨਾਊਨ, ਵਪਾਰੀ। ਐਡਵੈਂਚਰਸ ਐਡਜੈਕਟਿਵ ਆਈ, ਸਾਹਸੀ। ਐਕਸਪਲੋਰਰ ਇਹ ਨਾਊਨ ਆਈ, ਖੋਜੀ। ਕੈਨੇਵਨ ਇਹ ਨਾਊਨ ਆਈ, ਕਾਫਿਲਾ। ਫੈਸਟੀਨੇਟਡ ਇਹ ਵਰਬ ਹੁੰਦਾ ਜੀ, ਆਕਰਸ਼ਿਤ ਹੋਇਆ। ਗ੍ਰੈਂਡਨੈਸ ਨਾਊਨ ਆਈ, ਵੱਡਾ। ਲਗਜ਼ਰੀ ਨਾਊਨ, ਵਿਸ਼ਾਲਤਾ। ਸਪਾਈ ਨਾਊਨ, ਜਾਸੂਸ। ਟਰਾਂਸਲੇਟਡ ਵਰਬ, ਅਨੁਵਾਦ ਕੀਤਾ। ਇੰਸਪਾਇਰਡ ਵਰਬ, ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਸਾਡੇ ਕੋਲ ਹੈ ਮੇਕ ਦੀ ਸੈਂਟੈਂਸ ਆਫ ਦੀ ਈਡੀਅਮਸ ਸਟੱਡੀਡ। ਤਾਂ ਅਸੀਂ ਟੀਚਰ ਦੀ ਹੈਲਪ ਦੇ ਨਾਲ ਜਿਹੜੇ ਈਡੀਅਮਸ, ਕੁਝ ਕੁ ਮੁਹਾਵਰੇ ਹੋਣਗੇ, ਉਹਨਾਂ ਬਾਰੇ ਪੜ੍ਹਾਂਗੇ ਅਤੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਠੀਕ ਹੈ ਜੀ। ਜਿਵੇਂ ਫਸਟ ਹੈਗਾ ਵਾ ਬੀਟ ਅਰਾਊਂਡ ਦੀ ਬਰਸ਼। ਦੀਆਂ ਮੀਨਿੰਗ ਕੀ ਆ? ਅਵੋਇਡਿੰਗ ਟੂ ਦੀਆਂ ਮੇਨ ਟੋਪਿਕਸ, ਨਾਟ ਸਪੀਕਿੰਗ ਡਾਇਰੈਕਟਲੀ ਅਬਾਊਟ ਟੂ ਦੀਆਂ ਪ੍ਰੋਬਲਮ। ਵੀ ਕੋਈ ਅਜਿਹੀ ਮੇਨ ਟੋਪਿਕ ਨੂੰ ਅਵੋਇਡ ਕਰ ਦੇਣਾ ਜਾਂ ਕਿਸੇ ਡਾਇਰੈਕਟਲੀ ਉਸ ਪ੍ਰੋਬਲਮ ਦੇ ਬਾਰੇ ਨਹੀਂ ਗੱਲ ਕਰਨੀ। ਉਸ ਤੋਂ ਬਾਅਦ ਹੈ ਐਵਰੀ ਕਲਾਊਡ ਹੈਵ ਅ ਸਿਲਵਰ ਲਾਈਨਿੰਗ, ਬੀ ਅ ਪੋਜ਼ੀਟਿਵ ਈਵਨ ਦੀ ਡਿਫੀਕਲਟ ਟਾਈਮ ਵਿਲ ਬੀ ਅ ਲੀਡਸ ਅ ਬੈਟਰ ਡੇਜ਼। ਕਹਿੰਦੇ ਵੀ ਹਮੇਸ਼ਾ ਪੋਜ਼ੀਟਿਵ ਰਹੋ, ਜਦੋਂ ਵੀ ਤੁਹਾਨੂੰ ਕੋਈ ਡਿਫੀਕਲਟ ਟਾਈਮ ਆਵੇ ਉਹ ਵੀ ਇੱਕ ਬੈਟਰ ਡੇਜ਼ ਦੇ ਵਿੱਚ ਬਦਲ ਜਾਣਗੇ। ਉਸ ਤੋਂ ਬਾਅਦ ਹੈ ਐਕਸ਼ਨਸ ਆਸਕ ਲਾਊਡਰ ਦੈਨ ਵਰਡਸ, ਦੀਆਂ ਪਿਊਪਲਸ ਇੰਟਿਊਸ਼ਨਸ ਕੈਨ ਬੀ ਜਸਟ ਬੈਟਰ, ਬਟ ਵਾਈ ਦੇ ਡੂ ਦੈਨ ਵਟ ਦੇ ਸੇ। ਕਹਿੰਦੇ ਬੰਦੇ ਦੀ ਜਿਹੜੀ ਇੰਟਿਊਸ਼ਨ ਆ ਉਹ ਇਸ ਤਰੀਕੇ ਨਾਲ ਜੱਜ ਕੀਤੀ ਜਾ ਸਕਦੀ ਆ, ਵਟ ਦੇ ਡੂ ਉਹ ਕੀ ਕਰ ਰਿਹਾ ਵਾ, ਅਤੇ ਵਟ ਹੀ ਸੇ ਉਹਨੇ ਕੀ ਕਿਹਾ। ਵੀ ਜਿਹੜਾ ਉਹਨੇ ਕੀ ਕਿਹਾ ਉਹਦੇ ਨਾਲੋਂ ਉਹ ਕੀ ਕਰ ਰਿਹਾ ਉਹ ਤੋਂ ਜੱਜ ਕੀਤੇ ਜਾਂਦੇ ਆ। ਐਡ ਇਨਸਰਟ ਟੂ ਇੰਜਰ, ਟੂ ਫਰਦਰ ਐਡ ਟੂ ਦੀ loss with the mockeries or indignity to the worse of a unfavorable situation। ਬਹੁਤ ਜ਼ਿਆਦਾ ਭਿਅੰਕਰ ਸਿਚੁਏਸ਼ਨ ਆਉਣੀ ਜਿਹੜੀ ਕਿ ਉਹਦੇ ਲਈ ਬਹੁਤ ਜ਼ਿਆਦਾ ਵਰਸ ਹੋ ਜਾਵੇ, ਜਾਣੀ ਕਿ ਉਹਨੂੰ ਬਹੁਤ ਜ਼ਿਆਦਾ ਡਿਫਿਕਲਟੀਜ਼ ਫੀਲ ਹੋਵੇ। ਦੀ ਵਾਲ ਇਜ਼ ਮਾਈ ਕੋਟ, ਇਟ ਇਜ਼ ਅਪ ਟੂ ਯੂ ਟੂ ਟੇਕਸ ਦੀ ਨੈਕਸਟ ਡਿਸੀਜ਼ਨ ਔਰ ਸਟੈਪ। ਕਹਿੰਦੇ ਇਹ ਸਾਡੇ ਹੱਥ ਦੇ ਵਿੱਚ ਹੁੰਦਾ ਵੀ ਅਸੀਂ ਨੈਕਸਟ ਡਿਸੀਜ਼ਨ ਕੀ ਲੈਣਾ ਵਾ। ਬਲੈਸਿੰਗ ਇਜ਼ ਡਿਸਕਸ ਸਮਥਿੰਗ ਗੁੱਡ ਦੈਟ ਇਜ਼ ਨਾਟ ਟੂ ਬੀ ਰੈਕੋਨਾਈਜ਼ਡ ਐਟ ਫਸਟ। ਕਹਿੰਦੇ ਵੀ ਕੁਛ ਚੀਜ਼ ਬਹੁਤ ਵਧੀਆ ਹੁੰਦੀ ਆ ਪਰ ਉਹ ਪਹਿਲਾਂ ਰੈਕੋਨਾਈਜ਼ ਨਹੀਂ ਕੀਤੀ ਜਾਂਦੀ। ਕਰਾਈ ਓਵਰ ਸਪਿਲਟ ਮਿਲਕ ਵੈਨ ਯੂ ਕੰਪਲੇਨਿੰਗ ਅਬਾਊਟ ਅ ਲੋਸ ਫਰੋਮ ਦੀ ਪਾਸਟ। ਕਹਿੰਦੇ ਤੁਸੀਂ ਉਸ ਚੀਜ਼ ਦੀ ਕੰਪਲੇਂਟ ਕਰਨੀ ਉਹ ਹਾਨੀ ਦੀ ਜਿਹੜੀ ਤੁਹਾਨੂੰ ਪੁਰਾਣੇ ਸਮੇਂ ਦੇ ਵਿੱਚ ਹੋਈ ਹੋਵੇ। ਕਿਲ ਟੂ ਵਰਡਸ ਵਿਦ ਦੀ ਵਨ ਸਟੋਨ, ਦੀ ਅਚੀਵ ਦੀਆਂ ਟੂ ਥਿੰਗਸ ਵਿਦ ਦੀ ਵਨ ਐਕਸ਼ਨ। ਦੋ ਚੀਜ਼ਾਂ ਨੂੰ ਅਚੀਵ ਕਰ ਲੈਣਾ ਇੱਕ ਕਾਰਵਾਈ ਦੇ ਨਾਲ। ਵਨਸ ਇਨ ਅ ਬਲੂ ਮੂਨ ਹੈਪਨਸ ਵੈਰੀ ਰੇਅਰ, ਬਹੁਤ ਘੱਟ ਜਾਂ ਬਹੁਤ ਘੱਟ ਚੀਜ਼ਾਂ ਉਹ ਹੋਣੀਆਂ। ਟਰਨਸ ਓਵਰ ਆ ਨਿਊ ਲੀਵਸ, ਟੂ ਚੇਂਜ ਵਨਸ ਬਿਹੇਵੀਅਰ ਯੂਜੂਅਲੀ ਇਨ ਦੀ ਪੋਜ਼ੀਟਿਵ ਵੇ। ਵੀ ਕਿਸੇ ਬੰਦੇ ਦਾ ਬਿਹੇਵੀਅਰ ਇਸ ਤਰੀਕੇ ਨਾਲ ਚੇਂਜ ਕਰ ਦੇਣਾ ਪੋਜ਼ੀਟਿਵ ਵੇ ਦੇ ਵਿੱਚ, ਤਾਂ ਜੋ ਕਿ ਉਹ ਪੋਜ਼ੀਟਿਵ ਹੀ ਸੋਚੇ। ਹੁਣ ਅਸੀਂ ਕੁਝ ਕੁ ਸੈਂਟੈਂਸ ਬਣਾਉਣੇ ਆ, ਕੁਝ ਕੁ ਜਿਹੜੇ ਅਸੀਂ ਈਡੀਅਮਸ ਪੜ੍ਹੇ ਉਹਨਾਂ ਦੇ ਉੱਤੇ ਮੇਕ ਸੈਂਟੈਂਸ ਕਰਨੇ ਆ। ਦੇਖੋ ਜੀ, ਤਾਂ ਹੁਣ ਦੇਖੋ ਸੈਂਟੈਂਸ ਸਟਾਰਟ ਕਰਦੇ ਹਾਂ ਜੀ ਆਪਾਂ। ਫਸਟ ਸਾਡੇ ਕੋਲ ਹੈ ਬੀਟ ਅਰਾਊਂਡ ਦੀ ਬਰਸ਼, ਅਵੋਇਡਿੰਗ ਦੀ ਮੇਨ ਟੋਪਿਕ ਐਂਡ ਸਪੀਕ। ਵੀ ਅਸੀਂ ਕੋਈ ਅਜਿਹਾ ਮੇਨ ਟੋਪਿਕ ਨੂੰ ਛੱਡ ਦੇਣਾ ਜਾਂ ਕੋਈ ਪ੍ਰੋਬਲਮ ਦੇ ਬਾਰੇ ਡਿਸਕਸ ਕਰਨਾ। ਦੇਖੋ ਇਹਦਾ ਸੈਂਟੈਂਸ ਕੀ ਆ, ਡੂ ਨਾਟ ਬੀਟ ਅਰਾਊਂਡ ਦੀ ਬਰਸ਼ ਕਮਸ ਟੂ ਦੀ ਪੁਆਇੰਟ। ਕਹਿੰਦੇ ਵੀ ਤੁਸੀਂ ਕੀ ਆ ਮੇਨ ਟੋਪਿਕ ਨੂੰ ਨਾ ਛੱਡੋ ਅਤੇ ਸਿੱਧਾ ਪੁਆਇੰਟ ਦੇ ਉੱਤੇ ਆਓ। ਐਵਰੀ ਕਲਾਊਡ ਹੈਵ ਅ ਸਿੰਗਲ ਸਿਲਵਰ ਲਾਈਨਿੰਗ, ਵੀ ਆ ਪੋਜ਼ੀਟਿਵ ਰਹਿਣਾ ਜਾਂ ਡਿਫੀਕਲਟ ਟਾਈਮ ਦੇ ਵਿੱਚ ਕੋਈ ਬੈਟਰ ਡੇਜ਼ ਨੂੰ ਲੱਭਣਾ। ਇਹਦਾ ਸੈਂਟੈਂਸ ਕੀ ਆ, ਯੂ ਸ਼ੁੱਡ ਨਾਟ ਟੂ ਬੀ ਆ discouraged because every cloud have a silver lining। ਅਤੇ ਸਾਨੂੰ ਕੀ ਆ ਕਦੇ ਵੀ ਆਪਣੀ ਉਸ ਸਿਚੁਏਸ਼ਨ ਤੋਂ ਡਿਸਕਰੇਜ ਨਹੀਂ ਹੋਣਾ ਚਾਹੀਦਾ, ਡੀਮੋਰਲ ਨਹੀਂ ਹੋਣਾ ਚਾਹੀਦਾ ਵਾ। ਚਾਹੇ ਜਿੰਨੀ ਮਰਜ਼ੀ ਹੀ ਸਾਨੂੰ ਕੋਈ ਵੀ ਰੁਕਾਵਟ ਆਏ ਨਾ, ਅਸੀਂ ਹਮੇਸ਼ਾ ਪੋਜ਼ੀਟਿਵ ਰਹਿਣਾ ਚਾਹੀਦਾ। ਐਕਸ਼ਨ ਸਪੀਕਸ ਲਾਊਡਰ ਦੈਨ ਦੀ ਵਰਡਸ। ਕਹਿੰਦੇ ਬੰਦੇ ਦੀ ਜਿਹੜੀ ਇੰਟੈਂਸ਼ਨ ਹੁੰਦੀ ਆ ਉਹ ਇਸ ਨਾਲੋਂ ਜੱਜ ਨਹੀਂ ਕੀਤੀ ਜਾਂਦੀ ਵੀ ਉਹ ਕੀ ਬੋਲ ਰਿਹਾ, ਉਹਦੀ ਜੱਜ ਕੀਤੀ ਜਾਂਦੀ ਕੀ ਕਰ ਰਿਹਾ। ਡੂ ਨਾਟ ਟੈਲ ਮੀ ਹਾਊ ਟੂ ਡੂ ਇਟ, ਸ਼ੋ ਮੀ। ਐਕਸ਼ਨ ਸਪੀਕਸ ਲਾਊਡਰ ਦੈਨ ਦੀ ਵਰਡਸ। ਕਹਿੰਦੇ ਉਹ ਉਹਨੂੰ ਕਹਿੰਦਾ ਵੀ ਤੁਸੀਂ ਮੈਨੂੰ ਕੁਛ ਕਹੋ ਨਾ, ਕਰਕੇ ਦਿਖਾਓ। ਇਹ ਚੀਜ਼ ਇਹ ਸ਼ੋਅ ਕਰਦੀ ਆ ਵੀ ਬੰਦਾ ਜਿਹੜਾ ਵਾ ਉਹ ਆਪਣੇ ਕੰਮ ਨਾਲ ਜਾਣਿਆ ਜਾਂਦਾ, ਨਾ ਕਿ ਉਹ ਕੀ ਕਹਿੰਦਾ ਉਹਦੇ ਨਾਲ। ਐਡ ਇਨਸਰਟ ਟੂ ਇੰਜਰ,
ਟੂ ਫਰਦਰ ਐਡ ਆ ਲੋਸ, ਕੁਛ ਅਜਿਹਾ ਲੋਸ ਹੋਣਾ ਜਿਹੜਾ ਸਾਨੂੰ ਹੋਰ ਵੀ ਵਰਸ ਸਿਚੁਏਸ਼ਨ ਦੇ ਵਿੱਚ ਪਾ ਦੇਵੇ। ਵੀ ਆਰ ਲੋਸਿੰਗ ਅ ਮੈਚ ਟੂ ਐਡ ਦੀ ਇਨਸਲਟ ਟੂ ਇੰਜਰ ਦੀ ਆਪੋਜੀਸ਼ਨ ਸਕੋਰ ਅਨਦਰ ਗੋਲ। ਕਹਿੰਦੇ ਵੀ ਅਸੀਂ ਮੈਚ ਹਾਰ ਰਹੇ ਹਾਂ, ਇਹ ਇੱਕ ਅਜਿਹੀ ਸਿਚੁਏਸ਼ਨ ਆ ਜਿਹੜੀ ਸਾਨੂੰ ਹੋਰ ਵੀ ਘਟੀਆ ਸਿਚੁਏਸ਼ਨ ਦੇ ਵਿੱਚ ਲੈ ਕੇ ਜਾ ਰਹੀ ਹੈ, ਅਤੇ ਆਪੋਜੀਸ਼ਨ ਨੇ ਇੱਕ ਹੋਰ ਗੋਲ ਕਰ ਦਿੱਤਾ। ਦੀ ਬਾਲ ਇਜ਼ ਇਨ ਯੂਅਰ ਕੋਰਟ, ਕਹਿੰਦੇ ਵੀ ਇਹ ਹੁਣ ਸਾਡੇ ਹੱਥ ਦੇ ਵਿੱਚ, ਅਸੀਂ ਕੀ ਡਿਸੀਜਨ ਜਾਂ ਕਿਹੜਾ ਸਟੈਪ ਲੈਣਾ ਹੈ। ਆਈ ਹੈਵ ਡਿਸਾਈਡ ਟੂ ਗੋ ਟੂ ਦੀ ਔਨ ਅ ਟੂਰ ਮਾਈ ਫਰੈਂਡ, ਦੀ ਬਾਲ ਇਜ਼ ਯੂਅਰ ਕੋਰਟ ਨਾਓ, ਕਹਿੰਦੇ ਮੈਂ ਡਿਸਾਈਡ ਕਰ ਲਿਆ ਮੈਂ ਟੂਰ ਦੇ ਵਿੱਚ ਜਾਣਾ, ਹੁਣ ਮੇਰੇ ਦੋਸਤ ਇਹ ਤੁਹਾਡੇ ਬਾਲ ਤੁਹਾਡੇ ਕੋਰਟ ਦੇ ਵਿੱਚ ਆ, ਤੁਸੀਂ ਸੋਚੋ ਤੁਸੀਂ ਕੀ ਕਰਨਾ। ਬਲੈਸਿੰਗ ਇਨ ਡਿਸਕਸ, ਸਮਥਿੰਗ ਗੁੱਡਸ ਦੈਟ ਇਜ਼ ਨਾਟ ਰੈਕੋਗਨਾਈਜ਼ਡ ਐਟ ਫਸਟ, ਕੁਛ ਅਜਿਹੀ ਵਧੀਆ ਚੀਜ਼ ਹੋਣੀ ਜਿਹੜੀ ਪਹਿਲਾਂ ਨਾ ਰੈਕੋਗਨਾਈਜ਼ ਕੀਤੀ। ਲੋਕਡਾਊਨ proved to be a blessing in disgust, ਦੀ ਪੋਲਿਊਸ਼ਨ ਵਾਜ਼ ਰਿਡਿਊਸ, ਕਹਿੰਦੇ ਵੀ ਲੋਕਡਾਊਨ ਜਿਹੜਾ ਵਾ ਉਹ ਸਾਡੇ ਲਈ ਇੱਕ ਬਲੈਸਿੰਗ ਲੈ ਕੇ ਆਇਆ, ਕਿਉਂਕਿ ਇਹਦੇ ਨਾਲ ਪੋਲਿਊਸ਼ਨ ਜਿਹੜਾ ਵਾ ਉਹ ਘਟ ਗਿਆ। ਕਰਾਈ ਓਵਰ ਸਪਲਿਟ ਮਿਲਕ, ਵੈਨ ਯੂ ਹੈਵ ਕੰਪਲੇਨਿੰਗ ਅਬਾਊਟ ਦੀ ਲੋਸ ਫਰੋਮ ਦੀ ਪਾਸਟ, ਵੀ ਤੁਹਾਨੂੰ ਜਿਹੜਾ ਉਸ ਚੀਜ਼ ਦੀ ਕੰਪਲੇਂਟ ਕਰਨੀ ਜਿਹੜਾ ਕਿ ਤੁਹਾਨੂੰ ਘਾਟਾ ਪੁਰਾਣੇ ਸਮੇਂ ਵਿੱਚ ਹੋਏ। ਡੂ ਨਾਟ ਕਰਾਈ ਓਵਰ ਸਪਲਿਟ ਮਿਲਕ, ਟਰਾਈ ਅਗੇਨ ਐਂਡ ਗੋ ਵਿਲ ਸਕਸੀਡ, ਕਹਿੰਦੇ ਫਟੇ ਹੋਏ ਦੁੱਧ ਦੇ ਉੱਤੇ ਰੋਣ ਨਾਲੋਂ ਵਧੀਆ ਵਾ ਵੀ ਤੁਸੀਂ ਦੁਬਾਰਾ ਫੇਰ ਟਰਾਈ ਕਰੋ ਅਤੇ ਤੁਸੀਂ ਜਿੱਤ ਪ੍ਰਾਪਤ ਕਰੋਗੇ। ਕਿਲ ਟੂ ਵਰਡਸ ਵਿਦ ਦੀ ਵਨ ਸਟੋਨ, ਵੀ ਕੋਈ ਵੀ ਵਰਡ ਨੂੰ ਮਾਰ ਦੇਣਾ ਇੱਕ ਸਟੋਨਸ ਦੇ ਨਾਲ। ਅਚੀਵ ਟੂ ਥਿੰਗਸ ਵਿਦ ਦੀ ਵਨ ਐਕਸ਼ਨ, ਇੱਕ ਐਕਸ਼ਨ ਨਾਲ ਦੋ ਚੀਜ਼ਾਂ ਨੂੰ ਅਚੀਵ ਕਰ ਲੈਣਾ। ਡਿਕਟੇਸ਼ਨ ਵਿਲ ਕਿਲ ਦੀ ਟੂ ਵਰਡਸ ਵਿਦ ਦੀ ਵਨ ਸਟੋਨ, ਇਟ ਵਿਲ ਬੀ ਇੰਪਰੂਵ ਲਿਸਨਿੰਗ ਐਂਡ ਵੋਕੈਬਲਰੀ, ਜਿਹੜੀ ਡਿਕਟੇਸ਼ਨ ਆ ਉਹ ਸਾਡੀ ਇੱਕ ਸਟੋਨ ਦੇ ਨਾਲ ਦੋ ਵਰਡ ਮਾਰਨ ਵਾਲੀ ਗੱਲ ਆ, ਇਹਦੇ ਨਾਲ ਸਾਡੀ ਲਿਸਨਿੰਗ ਅਤੇ ਵੋਕੈਬਲਰੀ ਦੋਹੀ ਇੰਪਰੂਵ ਹੋ ਜਾਂਦੀ ਆ। ਵੰਸ ਆ ਬਲਿਊ ਮੂਨਸ ਹੈਪਨ ਵੈਰੀ ਰੀਅਰਲੀ, ਬਹੁਤ ਘੱਟ ਵਾਰ ਹੋਣਾ। ਓਪਰਚੁਨਿਟੀ ਕੇਮਸ ਵੰਸ ਆ ਬਲਿਊ ਮੂਨ, ਵੀ ਜਿਹੜੀਆਂ ਮੌਕੇ ਹੁੰਦੇ ਆ ਉਹ ਸਾਨੂੰ ਇੱਕ ਬਲਿਊ ਮੂਨ ਦੀ ਤਰ੍ਹਾਂ ਹੀ ਆਉਂਦੇ ਹੁੰਦੇ ਆ। ਨੈਕਸਟ ਹੈ ਟਰਨ ਓਵਰ ਆ ਨਿਊ ਲੀਵਸ ਟੂ ਚੇਂਜ ਦੀ ਵਨ ਬਿਹੇਵੀਅਰਸ ਯੂਜੂਅਲੀ ਇਜ਼ ਅ ਪੋਜ਼ੀਟਿਵ ਵੇ, ਵੀ ਇੱਕ ਬੰਦੇ ਦਾ ਬਿਹੇਵੀਅਰ ਚੇਂਜ ਕਰਨਾ ਇੱਕ ਪੋਜ਼ੀਟਿਵ ਵੇ ਦੇ ਵਿੱਚ। ਸ਼ੀ ਪ੍ਰੋਮਿਸ ਟੂ ਟਰਨ ਓਵਰ ਆ ਨਿਊ ਲੀਵਸ ਐਂਡ ਸਟੱਡੀ ਹਾਰਡਰ, ਕਹਿੰਦੇ ਉਹਨੇ ਮੈਨੂੰ ਪ੍ਰੋਮਿਸ ਕੀਤਾ ਵੀ ਉਹ ਹੁਣ ਕੀ ਆ ਵੀ ਆਪਣਾ ਬਿਹੇਵੀਅਰ ਜਿਹੜਾ ਉਹ ਚੇਂਜ ਕਰੂਗੀ ਅਤੇ ਹੁਣ ਵਧੀਆ ਹਾਰਡ ਵਰਕ ਦੇ ਨਾਲ ਸਟੱਡੀ ਕਰੇਗੀ। ਉਸ ਤੋਂ ਬਾਅਦ ਹੈ ਕੁਐਸਚਨ ਆਨਸਰ, ਜਿਹੜੇ ਕਿ ਹੁਣ ਆਪਾਂ ਇਸ ਤੋਂ ਬਾਅਦ ਕਰਨੇ ਆ। ਦੇਖੋ ਫਸਟ ਕੁਐਸਚਨ ਹੈ ਸਾਡੇ ਕੋਲ, ਹੂ ਵਾਜ਼ ਦੀ ਮਾਰਕ ਪੋਲੋ, ਮਾਰਕੋ ਪੋਲੋ ਕੌਣ ਸੀ। ਹੀ ਵਾਜ਼ ਟੂ ਦੀ ਮਰਚੈਂਟ ਐਂਡ ਐਕਸਪਲੋਰਰ, ਉਹ ਕੀ ਸੀ, ਇੱਕ ਮਰਚੈਂਟ ਸੀ ਅਤੇ ਐਕਸਪਲੋਰਰ ਸੀ, ਕਿੱਥੇ ਦਾ, ਇਟਲੀ ਦਾ। ਵੈਨ ਐਂਡ ਵੇਅਰ ਵਾਜ਼ ਟੂ ਦੀ ਮਾਰਕੋ ਪੋਲੋ ਬੋਰਨ, ਵੀ ਮਾਰਕੋ ਪੋਲੋ ਕਦੋਂ ਬੋਰਨ ਹੋਇਆ, ਕਦੋਂ ਜੰਮਿਆ। ਇਹ ਮਾਰਕ ਪੋਲੋ ਵਾਜ਼ ਬੋਰਨ ਇਨ ਦੀ ਵੀਨਸ ਇਨ 1254, ਉਹ ਵੀਨਸ ਦੇ ਵਿੱਚ 1254 ਦੇ ਵਿੱਚ ਜਨਮ ਲਿਆ। ਵਾਈ ਡਿਡ ਦੀ ਮਾਰਕੋ ਪੋਲੋ ਵਿਜ਼ਿਟ ਟੂ ਸੋ ਮੈਨੀ ਸਿਟੀਜ਼, ਵੀ ਮਾਰਕ ਪੋਲੋ ਜਿਹੜਾ ਸੀ ਉਹ ਬਹੁਤ ਸਾਰੀਆਂ ਸ਼ਹਿਰਾਂ ਦੀ ਯਾਤਰਾ ਕੀਤੀ, ਕਿਉਂ। ਆਨਸਰ ਹੈ ਹੀ ਵਾਂਟਡ ਟੂ ਨੋ ਅਬਾਊਟ ਦੀ ਡਿਫਰੈਂਸ ਪਲੇਸ ਐਂਡ ਪੀਪਲ, ਉਹ ਜਾਣਨਾ ਚਾਹੁੰਦਾ ਸੀ ਡਿਫਰੈਂਟ ਪਲੇਸਾਂ ਬਾਰੇ ਅਤੇ ਲੋਕਾਂ ਬਾਰੇ। ਹੂ ਐਕੰਪਲਿਸ਼ਡ ਦੀ ਮਾਰਕ ਪੋਲੋ ਡਿਊਰਿੰਗ ਟੂ ਹਿਜ਼ ਵਿਜ਼ਿਟਡ, ਵੀ ਜਦੋਂ ਉਹ ਜਿੱਥੇ ਵੀ ਜਾ ਰਿਹਾ ਸੀ ਤਾਂ ਉਹਦੇ ਨਾਲ ਕਿਹਨੇ ਉਹਦਾ ਸਾਥ ਨਿਭਾਇਆ ਜਾਂ ਉਹਦੇ ਨਾਲ ਕੌਣ ਘੁੰਮ ਰਿਹਾ ਸੀ। ਆਨਸਰ ਹੈ ਹਿਜ਼ ਫਾਦਰ ਨਿਕੋਲ ਐਂਡ ਹਿਜ਼ ਅੰਕਲ ਮੈਥਿਊ, ਜਿਹੜੇ ਸੀ ਉਹਨੂੰ ਐਕੰਪਲਿਸ਼ਡ ਕੀਤਾ ਸੀ ਜਾਂ ਉਹਦੇ ਨਾਲ ਘੁੰਮ ਰਹੇ ਸੀ। ਵਿਚ ਫੀਚਰਸ ਆਫ ਦੀ ਚਾਈਨੀਜ਼ ਸਿਟੀਜ਼ ਇੰਪਰੈਸ ਦੀ ਮਾਰਕੋ, ਚਾਈਨੀਜ਼ ਦੀ ਕਿਹੜੀਆਂ ਅਜਿਹੀਆਂ ਵਿਸ਼ੇਸ਼ਤਾਵਾਂ ਸੀਗੀਆਂ, ਵਿਸ਼ੇਸ਼ ਚੀਜ਼ਾਂ ਸੀ ਜਿਨ੍ਹਾਂ ਨੂੰ ਮਾਰਕ ਪੋਲੋ ਨੇ ਇੰਪਰੈਸ ਕੀਤਾ। ਦੀ ਵੈਲਥ ਐਂਡ ਦੀ ਲਗਜ਼ਰੀ ਆਫ ਦੀ ਚਾਈਨੀਜ਼ ਸਿਟੀਜ਼ ਇੰਪਰੈਸਡ ਹਿਮ, ਉੱਥੇ ਦੇ ਧਨ ਅਤੇ ਉੱਥੇ ਦੀ ਆਧੁਨਿਕ ਲਾਈਫ ਜਾਂ ਲਗਜ਼ਰੀ ਲਾਈਫ ਜਿਹੜੀ ਸੀ ਉਹਨੇ ਬਹੁਤ ਜ਼ਿਆਦਾ ਇੰਪਰੈਸਡ ਕੀਤਾ ਮਾਰਕ ਪੋਲੋ ਨੂੰ। ਹਾਊ ਡਿਡ ਦੀ ਸਰਵ ਦੀ ਚਾਈਨੀਜ਼ ਇੰਪਰੂਵਰ, ਵੀ ਉਹ ਚਾਈਨੀਜ਼ ਜਿਹੜੇ ਸ਼ਾਸਕ ਸੀ ਉਹਨਾਂ ਨੇ ਕਿਸ ਤਰ੍ਹਾਂ ਨਾਲ ਸੇਵਾ ਕੀਤੀ ਮਾਰਕ ਪੋਲੋ ਨੇ। ਹੀ ਸਰਵ ਟੂ ਦੀ ਮੈਸੇਂਜਰ ਐਂਡ ਸਪਾਈ, ਕਹਿੰਦੇ ਉਹ ਉਹਨਾਂ ਦਾ ਕੀ ਬਣ ਗਿਆ ਸੀ, ਮੈਸੇਂਜਰ ਬਣ ਗਿਆ ਸੀ ਅਤੇ ਉਹਨਾਂ ਦਾ ਜਾਸੂਸ ਵੀ ਬਣ ਗਿਆ ਸੀ। ਆਫਟਰ ਹਾਊ ਮੈਨੀ ਈਅਰਸ ਆਫ ਦੀ ਮਾਰਕ ਪੋਲੋ ਰਿਟਰਨਸ ਟੂ ਦੀ ਵੀਨਸ, ਕਿੰਨੇ ਸਾਲ ਬਾਅਦ ਜਿਹੜਾ ਮਾਰਕ ਪੋਲੋ ਸੀਗਾ ਉਹ ਵਾਪਸ ਆਪਣੇ ਦੇਸ਼ ਆਇਆ। ਹੀ ਰਿਟਰਨਸ ਟੂ ਦੀ ਵੀਨਸ ਆਫਟਰ 24 ਈਅਰਸ, ਉਹ 24 ਸਾਲ ਬਾਅਦ ਆਪਣੇ ਦੇਸ਼ ਵਾਪਸ ਆਇਆ। ਵਟ ਵਾਜ਼ ਦੀ ਇਫੈਕਟ ਆਫ ਦੀ ਵਾਰ ਬਿਟਵੀਨ ਦੀ ਵੀਨਸ ਐਂਡ ਗੋਨਾਸ ਅਪੋਨ ਟੂ ਦੀ ਮਾਰਕ ਪੋਲੋ, ਮਾਰਕ ਪੋਲੋ ਦੇ ਉੱਤੇ ਵੀਨਸ ਅਤੇ ਜੋਨੋਇਆ ਦੀ ਜਿਹੜੀ ਲੜਾਈ ਹੋਈ ਸੀ ਉਹਦਾ ਕੀ ਪ੍ਰਭਾਵ ਪਿਆ। ਹੀ ਵਾਜ਼ ਕੈਪਚਰਡ ਐਂਡ ਪੁੱਟ ਇਨ ਟੂ ਦੀ ਪ੍ਰੀਸ਼ਨਸ, ਉਹਨੂੰ ਕੀ ਆ ਫੜਿਆ ਗਿਆ ਅਤੇ ਉਹਨੂੰ ਫੜ ਕੇ ਬਾਅਦ ਵਿੱਚ ਕਿਹਦੇ ਵਿੱਚ, ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉਸ ਤੋਂ ਬਾਅਦ ਹੈ ਨੇਮ ਆਫ ਦੀ ਬੁੱਕਸ ਵਾਜ਼ ਕੰਟੇਨਸ ਦੀ ਡਿਟੇਲ ਆਫ ਦੀ ਸਟੋਰੀ ਆਫ ਮਾਰਕ ਪੋਲੋਸ ਜਰਨੀ, ਕਿਹੜੀ ਬੁੱਕ ਦਾ ਨਾਮ ਦੱਸਣਾ ਵਾ ਜਿਹਦੇ ਵਿੱਚ ਉਹਨਾਂ ਨੇ ਡਿਟੇਲ ਪਾਈ ਗਈ ਆ ਮਾਰਕ ਪੋਲੋ ਦੀਆਂ ਯਾਤਰਾਵਾਂ ਦੀ। ਦੀ ਨੇਮ ਆਫ ਦੀ ਬੁੱਕ ਇਜ਼ ਦੀ ਟਰੈਵਲਸ ਆਫ ਦੀ ਮਾਰਕ ਪੋਲੋ, ਇਹ ਬੁੱਕ ਦਾ ਨਾਮ ਸੀ ਯਾਤਰਾ ਮਾਰਕ ਪੋਲੋ ਦੀਆਂ। ਹੂ ਕੈਰਿਡ ਦੀ ਬੁੱਕਸ travels to Mark Polo along with him on his journey on his travels, why, ਕਿਹੜਾ ਬੰਦਾ ਸੀ ਜਿਹਨੇ ਮਾਰਕ ਪੋਲੋ ਦੀਆਂ ਬੁੱਕਸ ਜਿਹੜੀਆਂ ਸੀ
ਉਹਨੂੰ ਆਪਣੇ ਨਾਲ ਲੈ ਕੇ ਗਿਆ ਅਤੇ ਟਰੈਵਲ ਕੀਤਾ ਅਤੇ ਕਿਉਂ? ਉਹ ਸੀ ਕ੍ਰਿਸਟੋਫਨ ਕੋਲੰਬਸ ਕੈਰੀਡ ਦੀਆਂ ਬੁੱਕਸ ਵਿਦ ਹਿਮ, ਵੀ ਜਿਹੜਾ ਕੋਲੰਬਸ ਸੀ ਉਹਨੇ ਇਹ ਬੁੱਕ ਜਿਹੜੀ ਸੀ ਆਪਣੇ ਨਾਲ ਕੈਰੀ ਕੀਤੀ, ਬਿਕੋਜ਼ ਹੀ ਵਾਜ਼ ਗ੍ਰੇਟਲੀ ਇੰਸਪਾਇਰਡ ਬਾਏ ਦੀਆਂ ਬੁੱਕ, ਅਤੇ ਉਹ ਇਸ ਬੁੱਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ, ਤਾਂ ਕਰਕੇ ਉਹ ਇਸ ਬੁੱਕ ਨੂੰ ਨਾਲ ਲੈ ਕੇ ਗਿਆ। ਉਸ ਤੋਂ ਬਾਅਦ ਹੈ ਫੋਰਥ ਐਕਟੀਵਿਟੀ, ਜਿਹਦੇ ਵਿੱਚ ਅਸੀਂ ਦੱਸਣਾ ਵਾ ਰੀਡ ਦੀਆਂ ਸਟੋਰੀ ਅਤੇ ਫਿਲਿੰਗ ਦੀਆਂ ਬਲੈਂਕਸ ਜਿਹੜੀਆਂ ਨੇ ਉਹ ਫਿਲ ਕਰਨੀਆਂ ਨੇ। ਜਿਵੇਂ ਫਸਟ ਹੈਗਾ, ਮਾਰਕ ਪੋਲੋ ਸੈਟ ਆਫ ਟੂ ਦੀ ਫਸਟ ਵੋਗੇਜ ਐਟ ਦੀ ਏਜ ਆਫ 70, 17 ਸਾਲ ਦੀ ਏਜ ਦੇ ਵਿੱਚ ਆ ਦਿੱਤੇ ਹੋਏ ਨੇ ਆਂਸਰ। ਮਾਰਕ ਪੋਲੋ ਵਾਜ਼ ਦੀ ਫਸਟ ਵੋਗੇਜ ਵੀ 17 ਸਾਲ ਦੀ ਏਜ ਦੇ ਵਿੱਚ ਕੀਤੀ। ਹੀ ਵਿਜ਼ਿਟ ਟੂ ਦੀ ਹੋਲੀ ਪਲੇਸ ਆਫ ਟੂ ਦੀ ਜੋਨਾਲਿਸਮ ਦੇ ਵਿੱਚ ਗਿਆ ਸੀ, ਚਾਈਨਾ ਦੇ ਵਿੱਚ। ਹੀ ਵਾਜ਼ ਰਿਲੀਜ਼ ਫਰੋਮ ਟੂ ਦੀ ਪ੍ਰੀਸ਼ਨ ਇਨ 1299, ਵੀ ਉਹਨੂੰ 1299 ਵਿੱਚ ਉਸ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਹੀ ਵਾਜ਼ ਮੈਰਿਡ ਟੂ ਦੀ ਡੋਨਾਟਾ ਵਰਾਡੋ, ਜੀ ਉਹਨੇ ਇੱਕ ਔਰਤ ਨਾਲ ਵਿਆਹ ਕਰਾਇਆ ਸੀਗਾ। ਮਾਰਕੋ ਪੋਲੋ ਪਾਸ ਅਵੇ 8 ਜਨਵਰੀ 1324 ਐਟ ਦੀ ਏਜ ਆਫ 70, ਵੀ ਉਹ 8 ਜਨਵਰੀ 1324 ਦੇ ਵਿੱਚ ਉਹਦੀ ਡੈਥ ਹੋ ਗਈ ਸੀ, ਜਦੋਂ ਉਹ ਕਿੰਨੇ ਸਾਲ ਦਾ ਸੀ? 70 ਸਾਲ ਦਾ ਹੈਗਾ ਸੀ। ਇਹ ਸੀਗੀਆਂ ਅੱਜ ਦੀਆਂ ਐਕਟੀਵਿਟੀ। ਆਈ ਹੋਪ ਤੁਹਾਨੂੰ ਇਹ ਸੈਸ਼ਨ ਬਹੁਤ ਵਧੀਆ ਲੱਗਿਆ ਹੋਊਗਾ, ਅਤੇ ਮੈਂ ਸਾਰੇ ਬੱਚਿਆਂ ਦਾ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੂਰਾ ਸੈਸ਼ਨ ਜਿਹੜਾ ਐਂਡ ਤੱਕ ਦੇਖਿਆ, ਅਤੇ ਮੇਰੀ ਵੀਡੀਓ ਨੂੰ ਇੰਨਾ ਜ਼ਿਆਦਾ ਲਾਈਕ ਕਰਦੇ ਆ ਅਤੇ ਸ਼ੇਅਰ ਕਰਦੇ ਆ ਸਾਰਿਆਂ ਨਾਲ। ਅਤੇ ਥੈਂਕਸ ਅਲੋਟ ਉਹਨਾਂ ਸਾਰੇ ਬੱਚਿਆਂ ਦਾ। ਅਤੇ ਮੇਰੇ 2600 ਸਬਸਕ੍ਰਾਈਬਰ ਪੂਰੇ ਕਰਨ ਲਈ, 2600 ਸਬਸਕ੍ਰਾਈਬਰ ਪੂਰੇ ਹੋ ਗਏ ਉਹ ਸਾਰੇ ਬੱਚਿਆਂ ਦੀ ਮਿਹਨਤ ਨਾਲ। ਅਤੇ ਇੱਦਾਂ ਹੀ ਮੇਰੇ ਨਾਲ ਜੁੜੇ ਰਹੋ, ਅਤੇ ਨਵੀਆਂ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ, ਤਾਂ ਜੋ ਕਿ ਤੁਹਾਨੂੰ ਨਿਊ ਵੀਡੀਓਜ਼ ਦੀ ਅਪਡੇਟ ਨਾਲ ਦੀ ਨਾਲ ਮਿਲਦੀ ਰਹੇ। ਥੈਂਕਸ ਅਲੋਟ ਵਾਚਿੰਗ ਫॉर ਮਾਈ ਸੈਸ਼ਨ।